ਹੈਲੋ एवरीवन। ਅੱਜ ਦਾ ਜੋ ਆਪਣਾ ਟੌਪਿਕ ਹੈ ਆਪਾਂ C++ ਦੇ ਵਿੱਚ ਕੀ ਸਟੱਡੀ ਕਰ ਰਹੇ ਸੀਗੇ ਉਸ ਦੇ ਉੱਤੇ ਹੀ ਹੈ। ਉਹਦਾ ਨੈਕਸਟ ਪਾਰਟ ਆਪਾਂ ਡੇਟਾ ਟਾਈਪ ਰੀਡ ਕਰ ਰਹੇ ਸੀਗੇ। ਅੱਜ ਗੱਲ ਹੋ ਰਹੀ ਹੈ ਐਕਸਪ੍ਰੈਸ਼ਨ ਦੀ। ਐਕਸਪ੍ਰੈਸ਼ਨ ਕੀ ਚੀਜ਼ ਹੈ? ਦ ਮੋਸਟ ਕਾਮਨ ਟਾਈਪ ਆਫ ਸਟੇਟਮੈਂਟ ਇਨ C++ ਇਜ਼ ਦ ਐਕਸਪ੍ਰੈਸ਼ਨ। ਸਭ ਤੋਂ ਮੇਨ ਚੀਜ਼ ਕੀ ਹੈ? ਐਕਸਪ੍ਰੈਸ਼ਨ ਹੈ। ਐਕਸਪ੍ਰੈਸ਼ਨ ਦਾ ਮੈਂ ਤੁਹਾਨੂੰ ਪਹਿਲਾਂ ਮੀਨਿੰਗ ਦੱਸਣਾ ਚਾਹੂੰਗਾ। ਜੋ ਵੀ ਤੁਸੀਂ ਕੋਈ ਵੀ ਓਪਰੈਂਡ ਯੂਜ਼ ਕਰਦੇ ਹੋ, ਕੋਈ ਵੀ ਡੇਟਾ ਟਾਈਪ ਯੂਜ਼ ਕਰਦੇ ਹੋ, ਉਹਦੇ ਉੱਤੇ ਜੋ ਆਪਰੇਸ਼ਨ ਪਰਫੋਰਮ ਕੀਤੇ ਜਾਂਦੇ ਨੇਗੇ, ਜਿਵੇਂ ਤੁਸੀਂ ਪਲੱਸ, ਮਾਈਨਸ, ਮਲਟੀਪਲੀਕੇਸ਼ਨ, ਡਿਵੀਜ਼ਨ, ਦੈਟ ਆਲ ਆਰ ਆਪਰੇਸ਼ਨਸ ਕਾਲਡ ਐਕਸਪ੍ਰੈਸ਼ਨ। ਐਂਡ ਐਕਸਪ੍ਰੈਸ਼ਨ ਇਜ਼ ਏ ਕੰਬੀਨੇਸ਼ਨ ਆਫ ਆਪਰੇਟਰ ਐਂਡ ਓਪਰੈਂਡ। ਐਕਸਪ੍ਰੈਸ਼ਨ ਕੀ ਹੈ? ਕੰਬੀਨੇਸ਼ਨ ਹੈ ਦੋ ਚੀਜ਼ਾਂ ਦਾ, ਇੱਕ ਆਪਰੇਟਰਸ ਦਾ, ਇੱਕ ਓਪਰੈਂਡਸ ਦਾ। ਦੈਨ ਇਵੈਲੂਏਟ ਦਾ ਸਿੰਗਲ ਵੈਲਿਊ। ਜੋ ਇਵੈਲੂਏਟ ਕੀ ਕਰਦੇ ਨੇ, ਯਾਨੀ ਕਿ ਤੁਹਾਨੂੰ ਰਿਜ਼ਲਟ ਕਿਸ ਫਾਰਮ ਦੇ ਵਿੱਚ ਮਿਲਦਾ ਹੈ? ਇੱਕ ਸਿੰਗਲ ਆਊਟਪੁੱਟ ਦੇ ਰੂਪ ਦੇ ਵਿੱਚ ਮਿਲਦਾ ਹੈ, ਯਾਨੀ ਕਿ ਸਾਨੂੰ ਸਿੰਗਲ ਵੈਲਿਊ ਦੇ ਰੂਪ ਦੇ ਵਿੱਚ ਮਿਲਦਾ ਹੈ। ਜੋ ਵੀ ਇਨਪੁਟਸ ਤੁਸੀਂ ਦਿੰਦੇ ਹੋ, ਯਾਨੀ ਉਹਨਾਂ ਦੀ ਆਊਟਪੁੱਟ ਤੁਹਾਨੂੰ ਕੀ ਮਿਲਦੀ ਹੈ? ਸਿੰਗਲ ਫਾਰਮ ਦੇ ਵਿੱਚ ਮਿਲਦੀ ਹੈ। ਦ ਸਿੰਪਲੈਸਟ ਐਕਸਪ੍ਰੈਸ਼ਨ ਆਰ ਪ੍ਰਾਇਮਰੀ ਐਕਸਪ੍ਰੈਸ਼ਨ। ਪਹਿਲਾ ਐਕਸਪ੍ਰੈਸ਼ਨ ਕਿਹੜਾ ਹੈ? ਪ੍ਰਾਇਮਰੀ ਐਕਸਪ੍ਰੈਸ਼ਨ ਹੈ। ਦੈਟ ਕੰਸਿਸਟ ਆਫ ਕੌਂਸਟੈਂਟ ਐਂਡ ਵੇਰੀਏਬਲ। ਜਿਹੜਾ ਕੀ ਚੀਜ਼ਾਂ ਯੂਜ਼ ਕਰਦਾ ਹੈ ਜਾਂ ਕੀ ਦੇ ਉੱਤੇ ਅਪਲਾਈ ਕੀਤਾ ਜਾਂਦਾ? ਜਿਹੜਾ ਪ੍ਰਾਇਮਰੀ ਐਕਸਪ੍ਰੈਸ਼ਨ ਕੀ ਹੈ? ਕੰਸਿਸਟੈਂਟ, ਕੌਂਸਟੈਂਟ ਐਂਡ ਵੇਰੀਏਬਲ ਦੇ ਉੱਤੇ ਅਲਾਈ ਕਰਦਾ ਹੈ। ਫੋਰ ਐਗਜ਼ਾਮਪਲ, ਕੰਸੀਡਰ ਐਗਜ਼ਾਮਪਲ ਦਿੱਤੀ ਹੋਈ, ਜਿਵੇਂ 10 ਦਿੱਤਾ ਹੋਇਆ, ਇੱਕ ਇੰਟੀਜਰ ਕੌਂਸਟੈਂਟ ਹੈ, ਠੀਕ ਹੈ। ਨਮ ਯਾਨੀ ਕਿ ਨਮ ਦੀ ਜਗ੍ਹਾ ਭਾਵੇਂ ਏ ਦੇ ਲਿਓ, ਦੈਟ ਇਜ਼ ਅ ਵੇਰੀਏਬਲ। ਦ ਕੰਪਾਈਲਰ ਇਵੈਲੂਏਟ ਏ ਕੌਂਸਟੈਂਟ ਐਕਸਪ੍ਰੈਸ਼ਨ। ਕੌਂਸਟੈਂਟ ਐਕਸਪ੍ਰੈਸ਼ਨ ਹੁੰਦੇ ਨੇ ਜਦੋਂ ਵੀ ਕਿਸੇ ਤੁਸੀਂ ਚੀਜ਼ ਦੀ ਵੈਲਿਊ ਡਿਕਲੇਅਰ ਕਰ ਦਿੰਦੇ ਹੋ, ਉਹ ਨੈਵਰ ਚੇਂਜ ਹੋਇਆ। ਜਿਵੇਂ ਫੋਰ ਐਗਜ਼ਾਮਪਲ ਤੁਸੀਂ ਪ੍ਰੋਗਰਾਮ ਦੇ ਵਿੱਚ ਲੈਂਦੇ ਹੋ ਇੰਟੀਜਰ 10, 15, ਸਮ। ਜਿਹੜਾ 10 ਅਤੇ 15 ਉਹ ਕੌਂਸਟੈਂਟ ਹੈ, ਉਹ ਚੇਂਜ ਨਹੀਂ ਕੀਤਾ ਜਾ ਸਕਦਾ, ਉਹ ਸੇਮ ਹੀ ਰਹੂਗਾ। ਅਤੇ ਐਜ਼ ਸੇਮ ਐਜ਼ ਜਿਹੜਾ ਇਹਦੇ ਵਿੱਚ ਆਪਾਂ ਨੇ ਸਮ ਲਿੱਤਾ ਹੈ, ਉਹ ਚੇਂਜੇਬਲ ਹੈ, ਉਹਦੀ ਜਗ੍ਹਾ ਤੁਸੀਂ ਕੋਈ ਵੀ ਨੇਮ ਚੇਂਜ ਕਰ ਸਕਦੇ ਹੋ, ਦੈਟ ਇਜ਼ ਅ ਵੇਰੀਏਬਲ। ਸੋ ਦ ਕੰਪਾਈਲਰ ਇਵੈਲੂਏਟ ਏ ਕੌਂਸਟੈਂਟ ਐਕਸਪ੍ਰੈਸ਼ਨ ਟੂ ਦ ਕੌਂਸਟੈਂਟ ਇਟ ਸੈਲਫ ਐਂਡ ਏ ਵੇਰੀਏਬਲ ਐਕਸਪ੍ਰੈਸ਼ਨ ਟੂ ਦ ਵੈਲਿਊ ਸਟੋਰ ਇਨ ਦ ਵੇਰੀਏਬਲ। ਜਿਹੜੀ ਵੈਲਿਊ ਸਟੋਰ ਹੁੰਦੀ ਹੈ ਉਹ ਕੀ 'ਚ ਹੁੰਦੀ ਹੈ? ਵੇਰੀਏਬਲ 'ਚ ਜਾ ਕੇ ਸਟੋਰ ਹੁੰਦੀ ਹੈ, ਯਾਨੀ ਰਿਜ਼ਲਟ ਕੀ 'ਚ ਸਟੋਰ ਹੁੰਦਾ ਹੈ? ਵੇਰੀਏਬਲ 'ਚ। ਦ ਕੰਪਲੈਕਸ ਐਕਸਪ੍ਰੈਸ਼ਨ ਆਰ ਫਾਰਮਡ ਬਾਈ ਕੰਬਾਈਨਿੰਗ ਪ੍ਰਾਇਮਰੀ ਐਕਸਪ੍ਰੈਸ਼ਨ। ਯਾਨੀ ਕਿ ਜਿਹੜੇ ਵੀ ਕੰਪਲੈਕਸ ਐਕਸਪ੍ਰੈਸ਼ਨ ਨੇਗੇ ਉਹ ਫਾਰਮ ਕੀਤੇ ਜਾਂਦੇ ਨੇ ਕਿਸ ਫਾਰਮ ਦੇ ਵਿੱਚ? ਪ੍ਰਾਇਮਰੀ ਐਕਸਪ੍ਰੈਸ਼ਨ ਫਾਰਮ 'ਚ, ਯੂਜ਼ਿੰਗ ਆਪਰੇਟਰ। ਉਹਦੇ ਵਾਸਤੇ ਆਪਰੇਟਰ ਯੂਜ਼ ਕਰ ਦਿੰਦੇ ਆ। ਜਿਵੇਂ ਤੁਹਾਨੂੰ ਦਿੱਤਾ ਹੈ ਸਮ ਇਕੁਅਲ ਟੂ A + B। ਇੱਥੇ A ਦੀ ਵੈਲਿਊ ਕੀ ਹੈ? ਵੇਰੀਏਬਲ ਡਿਕਲੇਅਰ ਕੀਤਾ ਹੋਇਆ, ਨਾਟ ਏ ਕੌਂਸਟੈਂਟ। ਬਟ ਜਿਹੜੇ 10 ਹੈ ਉਹ ਕੌਂਸਟੈਂਟ ਹੈ, ਯਾਨੀ ਕਿ ਹੁਣ A ਦੀ ਵੈਲਿਊ ਜੋ ਵੀ ਡਿਕਲੇਅਰ ਕਰੋਗੇ, ਤੁਸੀਂ 10 ਦਿੰਦੇ ਹੋ, 15 ਦਿੰਦੇ ਹੋ, ਕੁਛ ਵੀ ਦਓਗੇ, ਉਹ ਆਟੋਮੈਟਿਕ ਕੀ ਪਲੱਸ ਹੋ ਜਾਊਗਾ? 10 ਪਲੱਸ ਹੋ ਜਾਊਗਾ ਉਹਦੇ ਅੰਦਰ। ਇਜ਼ ਮੇਡ ਆਫ ਟੂ ਐਕਸਪ੍ਰੈਸ਼ਨ। ਜਿਹੜਾ ਦੋ ਐਕਸਪ੍ਰੈਸ਼ਨ ਤੋਂ ਬਣਿਆ A ਐਂਡ 10 ਤੋਂ, ਵਿਚ ਆਰ ਕੰਬਾਈਨਿੰਗ ਯੂਜ਼ਿੰਗ ਪਲੱਸ ਆਪਰੇਟਰ। ਉਹਦੇ 'ਚ ਆਪਰੇਟਰ ਕਿਹੜਾ ਯੂਜ਼ ਕੀਤਾ ਗਿਆ? ਪਲੱਸ। ਦ ਰਿਜ਼ਲਟ ਆਫ ਦਿਸ ਐਕਸਪ੍ਰੈਸ਼ਨ ਯਾਈਲਡ ਏ ਵੈਲਿਊ ਵਿਚ ਇਜ਼ ਸਟੋਰ ਏ ਵੇਰੀਏਬਲ ਸਮ। ਯਾਨੀ ਕਿ ਜਿਹਦਾ ਰਿਜ਼ਲਟ ਹੈ ਉਹ ਕਿਹਦੇ 'ਚ ਜਾ ਕੇ ਸਟੋਰ ਹੋ ਜਾਣਾ ਹੈ? ਆਫਟਰ। ਯਾਨੀ ਕਿ ਕਹਿਣ ਦਾ ਮੀਨਿੰਗ ਕੀ ਹੈ? ਆਫਟਰ ਜਦੋਂ ਵੀ ਤੁਹਾਡੀ ਕੋਈ ਵੀ ਐਗਜ਼ੀਕਿਊਸ਼ਨ ਕੰਪਲੀਟ ਹੁੰਦੀ ਹੈ ਤਾਂ ਜਾ ਕੇ ਡੇਟਾ ਕਿਤੇ ਸਟੋਰ ਹੋ ਜਾਣਾ ਹੈ? ਤੁਹਾਡਾ ਸਮ ਦੇ ਵਿੱਚ। ਐਜ਼ ਸੇਮ ਐਜ਼ ਤੁਸੀਂ ਅਲੱਗ-ਅਲੱਗ ਡੇਟਾ ਟਾਈਪ ਦੇ ਉੱਤੇ ਅਲੱਗ-ਅਲੱਗ ਆਪਾਂ ਕਹਿ ਸਕਦੇ ਹਾਂ ਵੀ ਅਲੱਗ-ਅਲੱਗ ਐਕਸਪ੍ਰੈਸ਼ਨ ਅਪਲਾਈ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਇੰਟੀਜ਼ਰ ਦੇ ਉੱਤੇ ਇੰਟੀਜ਼ਰ ਦੇ ਅਕੋਰਡਿੰਗ ਕਰ ਸਕਦੇ ਹਾਂ। ਇੰਟੀਜ਼ਰ ਐਕਸਪ੍ਰੈਸ਼ਨ ਹੁੰਦੇ ਨੇਗੇ, ਫਲੋਟਿੰਗ ਐਕਸਪ੍ਰੈਸ਼ਨ ਹੁੰਦੇ ਨੇ। ਫਲੋਟਿੰਗ ਮਤਲਬ ਫਲੋਟਿੰਗ ਜਿਹੜੀਆਂ ਤੁਸੀਂ ਫਰੈਕਸ਼ਨਲ ਵੈਲਿਊ ਯੂਜ਼ ਕੀਤੀਆਂ ਨੇ। ਸੋ ਨੀਚੇ ਤੁਹਾਨੂੰ ਕੁਛ ਇਹਨਾਂ ਨੇ ਐਗਜ਼ਾਮਪਲਸ ਵੀ ਦਿੱਤੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ A - B ਡਿਵਾਈਡਿਡ ਬਾਈ C+D, ਠੀਕ ਹੈ ਜੀ, ਇਹ ਯੂਜ਼ ਕੀਤਾ ਹੋਇਆ। ਅਲਜੈਬਰਿਕ ਐਕਸਪ੍ਰੈਸ਼ਨ ਹੈ, ਇਹ C++ ਦੇ ਵਿੱਚ ਵੀ ਕੀ ਹੈ? ਸੇਮ ਹੀ ਹੈ। ਸੋ ਉਸ ਤੋਂ ਬਾਅਦ ਜੋ ਨੈਕਸਟ ਸਟੇਟਮੈਂਟ ਆਪਣਾ ਆਉਂਦਾ ਹੈ, ਕੁਐਸਚਨ ਆਉਂਦਾ ਹੈ ਸਟੇਟਮੈਂਟ। ਕੀ ਆਉਂਦਾ ਹੈ? ਸਟੇਟਮੈਂਟ। ਸਟੇਟਮੈਂਟ ਕੀ ਚੀਜ਼ ਹੈ? ਹੁਣ ਮੈਂ ਤੁਹਾਨੂੰ ਇਹਦੇ ਬਾਰੇ ਡਿਸਕਸ ਕਰਨ ਲੱਗਿਆ। ਕਹਿੰਦਾ ਇਹ ਸਟੇਟਮੈਂਟ ਇਨ C++ ਇਜ਼ ਦਾ ਸਮੋਲੈਸਟ ਯੂਨਿਟ। ਕੀ ਹੈ? ਸਮੋਲੈਸਟ ਯੂਨਿਟ ਹੈ ਇਹ C++ ਦੀ। ਐਂਡ ਦੈਟ ਇਜ਼ ਕੰਪਲੀਟ ਇੰਸਟਰਕਸ਼ਨ ਐਗਜ਼ੀਕਿਊਟਿਡ ਬਾਈ ਦਾ C++। ਜਿਹਨੂੰ ਐਗਜ਼ੀਕਿਊਟ ਕਿਹਦੇ ਦੁਆਰਾ ਕੀਤਾ ਜਾਂਦਾ? ਇੰਸਟਰਕਸ਼ਨ ਨੂੰ ਐਗਜ਼ੀਕਿਊਟ ਕੀਤਾ ਜਾਂਦਾ ਹੈ C ਲੈਂਗੁਏਜ ਦੇ ਵਿੱਚ ਕੰਪਾਈਲਰ ਦੁਆਰਾ। ਦੈਟ ਕਾਜ਼ ਦਾ ਕੰਪਾਈਲਰ ਟੂ ਕੈਰੀ ਆਊਟ ਸਮ ਐਕਸ਼ਨ। ਜਿਹਦੇ ਵਿੱਚ ਕੰਪਾਈਲਰ ਕੀ ਕਰਦਾ? ਐਕਸ਼ਨ ਪਰਫੋਰਮ ਕਰਦਾ ਹੈ। ਐਵਰੀ ਸਟੇਟਮੈਂਟ ਮਸਟ ਐਂਡ ਵਿਦ ਸੈਮੀਕੋਲਨ। ਹਰ ਇੱਕ ਸਟੇਟਮੈਂਟ ਦਾ ਐਂਡ ਕਿਹਦੇ ਦੁਆਰਾ ਕੀਤਾ ਜਾਊਗਾ? ਸੈਮੀਕੋਲਨ ਦੁਆਰਾ। ਇਹ ਪ੍ਰੋਗਰਾਮ ਕੈਨ ਕੰਟੇਨ ਮੋਰ ਦੈਨ ਵਨ ਸਟੇਟਮੈਂਟ। ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਵੱਧ ਕੇ ਸਟੇਟਮੈਂਟਸ ਹੁੰਦੀਆਂ ਨੇਗੀਆਂ, ਇੱਕ ਤੋਂ ਜ਼ਿਆਦਾ ਸਟੇਟਮੈਂਟ ਹੁੰਦੀਆਂ ਨੇ। ਇਫ ਏ ਪ੍ਰੋਗਰਾਮ ਕੰਟੇਨ ਮੋਰ ਦੈਨ ਵਨ ਸਟੇਟਮੈਂਟ, ਜੇ ਇੱਕ ਪ੍ਰੋਗਰਾਮ ਦੇ ਵਿੱਚ ਇੱਕ ਤੋਂ ਜ਼ਿਆਦਾ ਸਟੇਟਮੈਂਟ ਨੇ, ਦੈਨ ਦੇ ਆਰ ਐਗਜ਼ੀਕਿਊਟਿਡ ਸੀਕੁਐਂਸਲੀ। ਉਹਨੂੰ ਉਸ ਪ੍ਰੋਗਰਾਮ ਦਾ ਜਿਹੜਾ ਐਗਜ਼ੀਕਿਊਸ਼ਨ ਹੈ ਉਹ ਕਿਸ ਵੇ ਨਾਲ ਕੀਤਾ ਜਾਊਗਾ? ਸੀਕੁਐਂਸ ਵਾਈਜ਼ ਕੀਤਾ ਜਾਊ, ਯਾਨੀ ਕਿ 1 ਬਾਏ 1 ਆਰਡਰ ਦੀ ਫੋਰਮ ਦੇ ਵਿੱਚ ਕੰਮ ਕਰੂਗਾ। ਕੋਈ ਵੀ ਵੈਲਿਊ ਹੈ, ਪਹਿਲਾਂ ਫਸਟ ਐਗਜ਼ੀਕਿਊਟ ਹੋਊ, ਫਿਰ ਸੈਕਿੰਡ, ਫਿਰ ਥਰਡ, ਫਿਰ ਫੋਰਥ, ਫਿਰ ਫਿਫਥ, ਇਸੇ ਤਰੀਕੇ ਨਾਲ ਅੱਗੇ ਤੋਂ ਅੱਗੇ ਐਗਜ਼ੀਕਿਊਟ ਹੁੰਦਾ ਜਾਊ। ਇਟ ਇਜ਼ ਪੋਸੀਬਲ ਟੂ ਗਰੁੱਪ ਏ ਸੀਕੁਐਂਸ ਆਫ ਸਟੇਟਮੈਂਟ ਬਾਈ ਐਨਕਲੋਜ਼ਿੰਗ ਦੈਮ ਇਨਟੂ ਦ ਪੇਅਰ ਆਫ ਬ੍ਰੈਕਟ। ਜਿਹੜੀਆਂ ਵੀ ਚੀਜ਼ਾਂ ਨੇ, ਜੋ ਵੀ ਤੁਸੀਂ ਸਟੇਟਮੈਂਟ ਪ੍ਰੋਵਾਈਡ ਕਰਨੀ, ਉਹਨੂੰ ਕਿਹਦੇ ਵਿੱਚ ਸਟੋਰ ਕੀਤਾ ਜਾਊਗਾ ਜਾਂ ਕਿਹਦੇ ਵਿੱਚ
ਰੱਖਿਆ ਜਾਊਗਾ ਉਹ ਦੋ ਚੀਜ਼ਾਂ ਦੇ ਵਿਚਾਲੇ ਰੱਖਿਆ ਜਾਣਾ ਹੈ। ਦੈਟ ਇਜ਼ ਵਨ ਇਜ਼ ਦਾ ਆਪਾਂ ਯੂਜ਼ ਕਰਾਂਗੇ ਉਹਨਾਂ ਨੂੰ ਇਨਵਾਈਟਿਡ ਕੋਮੇ ਜਾਂ ਕਹਿ ਦਿੰਦੇ ਜਾਂ ਬ੍ਰੈਕਟਸ ਕਹਿ ਦਿੰਦੇ ਹਾਂ, ਬ੍ਰੈਕਟਸ ਯੂਜ਼ ਕਰਾਂਗੇ। ਸੱਚ ਗਰੁੱਪ ਆਫ ਸਟੇਟਮੈਂਟ ਇਜ਼ ਰੈਫਰਡ ਬਾਈ ਦਾ ਸਟੇਟ ਬਲੌਕ, ਇਹਨਾਂ ਨੂੰ ਆਪਾਂ ਨਾਮ ਦਿੰਦੇ ਹਾਂ ਸਟੇਟਮੈਂਟ ਬਲੌਕ ਦਾ ਨਾਮ ਦਿੰਦੇ ਹਾਂ, ਠੀਕ ਹੈ। ਦ ਸਟੇਟਮੈਂਟ ਬਲੌਕ ਕੈਨ ਬੀ ਨੇਮਡ ਔਰ ਪ੍ਰੋਵਾਈਡਡ ਏ ਕੰਡੀਸ਼ਨ ਆਫ ਔਰ ਐਗਜ਼ੀਕਿਊਸ਼ਨ। ਕੀ ਪ੍ਰੋਵਾਈਡ ਕਰਦਾ ਹੈ? ਕੰਡੀਸ਼ਨ ਸਟੇਟਮੈਂਟ ਪ੍ਰੋਵਾਈਡ ਕਰਦਾ। ਜਾਨੀ ਕੰਡੀਸ਼ਨ ਸਟੇਟਮੈਂਟਸ ਕੀ ਹੁੰਦੀਆਂ ਨੇ, ਜਿਵੇਂ ਤੁਸੀਂ ਅੱਗੇ ਪੜ੍ਹੋਗੇ ਜਿੱਦਾਂ ਆਪਾਂ ਲੂਪ ਵਗੈਰਾ ਯੂਜ਼ ਕਰਾਂਗੇ ਉਸ ਦੇ ਅਕੋਰਡਿੰਗ ਆਪਾਂ ਗੱਲ ਕਰਾਂਗੇ। ਸੋ C++ ਸਟੇਟਮੈਂਟ ਇਟ ਹੈਜ਼ 3 ਟਾਈਪ, ਵਨ ਇਜ਼ ਐਮਪਟੀ ਸਟੇਟਮੈਂਟ, ਐਕਸਪ੍ਰੈਸ਼ਨ ਸਟੇਟਮੈਂਟ ਐਂਡ ਕੰਟਰੋਲ ਸਟੇਟਮੈਂਟ। ਕੰਟਰੋਲ ਸਟੇਟਮੈਂਟ ਨੂੰ ਅੱਗੇ 3 ਚੀਜ਼ਾਂ ਡਿਵਾਈਡ ਕੀਤਾ, ਸਿਲੈਕਸ਼ਨ ਸਟੇਟਮੈਂਟ, ਇਟਰੇਸ਼ਨ ਸਟੇਟਮੈਂਟ, ਟ੍ਰਾਂਸਫਰ ਸਟੇਟਮੈਂਟ। ਐਮਪਟੀ ਸਟੇਟਮੈਂਟ ਕੀ ਹੈ? ਐਮਪਟੀ ਸਟੇਟਮੈਂਟ ਬਾਰੇ ਮੈਂ ਦੱਸਣਾ ਚਾਹੂੰਗਾ। ਐਨ ਐਮਪਟੀ ਸਟੇਟਮੈਂਟ ਇਜ਼ C++ ਇਜ਼ ਰਿਟਨ ਇਨ ਏ ਸਿੰਗਲ ਸੈਮੀਕੋਲਨ। ਕੀ ਲਿਖਿਆ ਹੁੰਦਾ? ਸੈਮੀਕੋਲਨ, ਜਿਵੇਂ ਕਿ ਬਿੰਦੀ ਲਾ ਕੇ ਕੋਮਾ। ਇਟ ਡਜ਼ ਨੋਟ ਡੂ ਐਨੀਥਿੰਗ, ਇਹ ਕੁਛ ਵੀ ਨਹੀਂ ਕਰਦੀ, ਬਟ ਦੇ ਸਮਥਿੰਗ ਦੇ ਆਰ ਵੈਰੀ ਯੂਜ਼ਫੁਲ। ਬਟ ਇਹ ਯੂਜ਼ਫੁਲ ਹੈ ਕਿਉਂਕਿ ਇਹਦੇ ਦੁਆਰਾ ਸਾਨੂੰ ਪਤਾ ਲੱਗਦਾ ਵੀ ਕਿਸੇ ਵੀ ਲਾਈਨ ਦਾ ਕੀ ਹੁੰਦਾ, ਐਂਡ ਹੁੰਦਾ, ਟਰਮੀਨੇਟ ਕੀਤਾ ਜਾਂਦਾ, ਠੀਕ ਹੈ। ਉਸ ਤੋਂ ਬਾਅਦ ਐਕਸਪ੍ਰੈਸ਼ਨ ਸਟੇਟਮੈਂਟ ਹੈ। ਐਕਸਪ੍ਰੈਸ਼ਨ ਸਟੇਟਮੈਂਟ ਦੇ ਵਿੱਚ ਕੀ ਹੈ? ਐਕਸਪ੍ਰੈਸ਼ਨ ਸਟੇਟਮੈਂਟ ਆਰ ਦਾ ਐਕਸਪ੍ਰੈਸ਼ਨ ਦੈਟ ਐਂਡ ਵਿਦ ਦਿਸ ਸੈਮੀਕੋਲਨ, ਜਿਹਨੂੰ ਐਂਡ ਤਾਂ ਸੈਮੀਕੋਲਨ ਦੁਆਰਾ ਕੀਤਾ ਜਾਂਦਾ। ਬਟ ਮੋਸਟ ਸਟੇਟਮੈਂਟ ਇਨ ਦਾ ਪ੍ਰੋਗਰਾਮ ਆਰ ਐਕਸਪ੍ਰੈਸ਼ਨ ਸਟੇਟਮੈਂਟ। ਜਿਹੜੀਆਂ ਜ਼ਿਆਦਾਤਰ ਸਟੇਟਮੈਂਟਸ ਯੂਜ਼ ਕੀਤੀਆਂ ਜਾਂਦੀਆਂ ਨੇ ਕਿਹੜੀਆਂ ਹੁੰਦੀਆਂ ਨੇਗੀਆਂ? ਐਕਸਪ੍ਰੈਸ਼ਨ ਸਟੇਟਮੈਂਟ ਹੁੰਦੀਆਂ ਨੇ। ਦਾ ਇਨਕਲੂਡ ਅਸਾਈਨਮੈਂਟ ਸਟੇਟਮੈਂਟ, ਪ੍ਰੀਫਿਕਸ ਐਂਡ ਪੋਸਟਫਿਕਸ। ਇਹਦੇ ਵਿੱਚ ਆਪਾਂ ਯੂਜ਼ ਕਰਦੇ ਹਾਂ ਪ੍ਰੀਫਿਕਸ ਅਤੇ ਪੋਸਟਫਿਕਸ। ਪੋਸਟਫਿਕਸ ਮਤਲਬ ਜਿਵੇਂ A+ ਆਪਾਂ ਨੇ 10 ਪਾਇਆ ਪਿਛਲੀ ਵਾਰੀ, ਅਤੇ ਉੱਥੇ ਪਿੱਛੇ ਆਪਾਂ ਯੂਜ਼ ਕਰੀਏ ਜਿਵੇਂ ਪਲੱਸ ਪਹਿਲਾਂ ਯੂਜ਼ ਕਰੀਏ ਫਿਰ ਆਪਾਂ A ਕਰੀਏ, ਜਿਵੇਂ ਕਿ ਉਹਦੇ ਵਿੱਚ ਇੰਕਰੀਮੈਂਟ। ਪੋਸਟਫਿਕਸ ਪੋਸਟ ਅਤੇ ਪ੍ਰੀ ਮਤਲਬ ਪਹਿਲਾਂ, ਪੋਸਟ ਮਤਲਬ ਬਾਅਦ ਦੇ ਵਿੱਚ। ਕੰਟਰੋਲ ਸਟੇਟਮੈਂਟ ਦੇ ਵਿੱਚ ਆਉਣਗੀਆਂ ਜਿਵੇਂ ਇਫ ਐਲਸ ਸਟੇਟਮੈਂਟ ਆਉਣਗੀਆਂ ਤੁਹਾਡੀਆਂ ਯੂਜ਼ ਕਰੋਗੇ। ਇਟਰੇਸ਼ਨ ਸਟੇਟਮੈਂਟ ਹੁੰਦੀਆਂ ਨੇ ਜਿਹੜੀ ਚੀਜ਼ਾਂ ਵਾਰੀ ਹੁੰਦੀਆਂ, ਜਿਵੇਂ ਲੂਪਿੰਗ ਸਿਸਟਮ ਕਹਿ ਦਿੰਦੇ ਆ, ਵਾਈਲ ਲੂਪ, ਡੂ ਵਾਈਲ ਲੂਪ, ਫੋਰ ਲੂਪ ਐਟਸੈਕਟਰਾ। ਟ੍ਰਾਂਸਫਰ ਸਟੇਟਮੈਂਟ ਹੁੰਦੀਆਂ ਜਿਵੇਂ ਕੰਟੀਨਿਊ, ਬ੍ਰੇਕ, ਜੋ ਤੁਸੀਂ C ਲੈਂਗੁਏਜ ਦੇ ਵਿੱਚ ਵੀ ਆਲਰੇਡੀ ਪੜ੍ਹ ਚੁੱਕੇ ਹੋ, ਠੀਕ ਹੈ ਜੀ। ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਆਪਣੇ ਸਿਲੇਬਸ ਦੇ ਵਿੱਚ ਜਿਹੜਾ ਪਾਰਟ ਆਉਂਦਾ ਓਪਰੇਟਰਸ ਦਾ। ਓਪਰੇਟਰਸ ਕੀ ਚੀਜ਼ ਹੈ? ਮੇ ਬੀ ਤੁਸੀਂ ਨੇ ਲਾਸਟ ਟਾਈਮ ਇਹ ਪੜ੍ਹਿਆ ਹੀ ਹੋਇਆ ਕਿ ਓਪਰੇਟਰਸ ਬਾਰੇ। ਓਪਰੇਟਰਸ ਕੀ ਦਾ ਕੰਸੈਪਟ ਹੈ? C ਲੈਂਗੁਏਜ ਦਾ ਹੀ ਕੰਸੈਪਟ ਹੈ, ਬਟ ਇਹਦੇ ਵਿੱਚ ਵੀ ਆਪਾਂ ਯੂਜ਼ ਕਰਨ ਲੱਗੇ ਹਾਂ। ਸੋ ਐਨ ਓਪਰੇਟਰ ਇਜ਼ ਅ ਸਪੈਸ਼ਲ ਸਿੰਬਲ। ਓਪਰੇਟਰ ਕੀ ਸਪੈਸ਼ਲ ਸਿੰਬਲ ਹੈ ਦੈਟ ਟੈਲਸ ਦਾ ਕੰਪਾਈਲਰ ਟੂ ਪਰਫੋਰਮ ਸਪੈਸੀਫਿਕ ਮੈਥਮੈਟੀਕਲ ਲੌਜੀਕਲ ਆਪਰੇਸ਼ਨ। ਜੋ ਤੁਹਾਡੇ ਕੰਪਾਈਲਰ ਨੂੰ ਕੀ ਪ੍ਰੋਵਾਈਡ ਕਰਦਾ, ਕੀ ਫੰਕਸ਼ਨੈਲਿਟੀ ਪ੍ਰੋਵਾਈਡ ਕਰਦਾ ਵੀ ਕੀ ਐਗਜ਼ੀਕਿਊਸ਼ਨ ਕਰਨਾ ਹੈ ਜਾਂ ਆਪਾਂ ਨੇ ਕੀ ਸਪੈਸੀਫਿਕ ਮੈਥਮੈਟੀਕਲ ਫੰਕਸ਼ਨ ਅਪਲਾਈ ਕਰਨਾ, ਕਿਹੜਾ ਫੰਕਸ਼ਨ ਅਪਲਾਈ ਕਰਨਾ ਹੈ। ਲੌਜੀਕਲ ਆਪਰੇਸ਼ਨ ਔਨ ਵਨ ਔਰ ਮੋਰ ਓਪਰੈਂਡ, ਯਾਨੀ ਇੱਕ ਜਾਂ ਇੱਕ ਤੋਂ ਜ਼ਿਆਦਾ ਓਪਰੈਂਡ ਯੂਜ਼ ਕਰਨੇ ਨੇ, ਉਹਨਾਂ ਦੇ ਉੱਤੇ ਕਿਹੜਾ ਐਕਸਪ੍ਰੈਸ਼ਨ ਅਪਲਾਈ ਕਰਨਾ ਹੈ। ਵੇਅਰ ਐਨ ਓਪਰੈਂਡ ਕੈਨ ਵੀ ਵੇਰੀਏਬਲ। ਓਪਰੈਂਡ ਇੱਥੇ ਕੀ ਹੈ? ਵੇਰੀਏਬਲ ਹੈ, ਕੌਨਸਟੈਂਟ ਵੀ ਹੋ ਸਕਦਾ ਹੈ। ਔਰ ਇਨ ਐਕਸਪ੍ਰੈਸ਼ਨ, ਜਾਂ ਇਹਨੂੰ ਐਕਸਪ੍ਰੈਸ਼ਨ ਵੀ ਕਹਿ ਸਕਦੇ ਹਾਂ, ਕੋਈ ਐਕਸਪ੍ਰੈਸ਼ਨ ਵੀ ਯੂਜ਼ ਕਰ ਸਕਦੇ ਹਾਂ ਆਪਾਂ। ਸੋ ਐਨ ਓਪਰੇਸ਼ਨ ਇਜ਼ ਐਨ ਐਕਸ਼ਨ। ਓਪਰੇਸ਼ਨ ਕੀ ਹੁੰਦਾ? ਕੋਈ ਐਕਸ਼ਨ ਹੈ ਜਿਹੜਾ ਪਰਫੋਰਮ ਔਨ ਵਨ ਔਰ ਮੋਰ ਓਪਰੈਂਡ, ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ ਓਪਰੈਂਡਸ ਦੇ ਉੱਤੇ ਅਪਲਾਈ ਕੀਤਾ ਜਾਂਦਾ। ਦੈਟ ਇਵੈਲੂਏਟ ਮੈਥਮੈਟੀਕਲ ਐਕਸਪ੍ਰੈਸ਼ਨ। ਆਪਾਂ ਨੂੰ ਐਵੇਂ ਕਹਿ ਸਕਦੇ ਹਾਂ ਵੀ ਜਿਹੜੇ ਤੁਸੀਂ ਅਰਥਮੈਟਿਕ ਲੌਜੀਕਲ ਫੰਕਸ਼ਨ ਪਰਫੋਰਮ ਕਰਦੇ ਹੋ, ਉਹ ਵੀ ਕਹਿ ਸਕਦੇ ਵੀ ਇਹਦੇ ਉੱਤੇ ਆਪਾਂ ਕਿਹੜੇ ਫੰਕਸ਼ਨ ਅਪਲਾਈ ਕਰਦੇ ਹਾਂ? ਮੈਥਮੈਟੀਕਲ ਫੰਕਸ਼ਨ ਅਪਲਾਈ ਕਰਦੇ ਹਾਂ। ਇਨ C++ ਦਾ ਓਪਰੇਟਰ ਕੈਨ ਵੀ ਆਈਦਰ ਯੂਨਰੀ, ਬਾਈਨਰੀ, ਟਰਨਰੀ। ਇਹਦੇ ਟਾਈਪਸ ਨੇਗੀਆਂ ਜਿਹੜੀਆਂ ਤੁਹਾਡੇ ਓਪਰੇਟਰਸ ਦੀਆਂ ਨੇ, ਉਹ ਯੂਨਰੀ ਵੀ ਹੋ ਸਕਦਾ, ਬਾਈਨਰੀ ਵੀ ਹੋ ਸਕਦਾ, ਟਰਨਰੀ ਵੀ ਹੋ ਸਕਦਾ। ਇਫ ਐਨੀ ਓਪਰੇਟਰ ਓਪਰੇਟ ਔਨ ਸਿੰਗਲ ਓਪਰੈਂਡ, ਜੇ ਇੱਕ ਸਿੰਗਲ ਓਪਰੈਂਡ ਦੇ ਉੱਤੇ ਮਤਲਬ ਕਿ ਟਾਸਕ ਪਰਫੋਰਮ ਕਰਦਾ, ਜੇ ਆਪਣਾ ਤੁਸੀਂ ਸਿੰਗਲ ਓਪਰੈਂਡ ਯੂਜ਼ ਕਰਦੇ ਹੋ ਉਹਦੇ ਉੱਤੇ ਕੋਈ ਐਕਸਪ੍ਰੈਸ਼ਨ ਯੂਜ਼ ਕਰਦੇ ਹੋ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਯੂਨਰੀ। ਜਿਵੇਂ ਤੁਸੀਂ ਕਹੋ ਇਕੱਲਾ ਇਹਦੇ ਅੱਗੇ ਕੀ ਪਾਤਾ? ਪਲੱਸ, ਜਾਂ A ਤੋਂ ਬਾਅਦ ਪਲੱਸ ਪਾਤਾ, ਪ੍ਰੀਫਿਕਸ ਜਾਂ ਪੋਸਟਫਿਕਸ ਵਾਲਾ ਸਿਸਟਮ, ਤਾਂ ਇਹਨੂੰ ਯੂਨਰੀ ਕਹਾਂਗੇ। ਇਫ ਐਨ ਓਪਰੇਟਰ ਓਪਰੇਟ ਔਨ 2 ਓਪਰੈਂਡ, ਜੇ 2 ਤੇ ਕਰਦਾ ਤਾਂ ਉਹਨੂੰ ਬਾਈਨਰੀ ਕਹਾਂਗੇ। ਤਾਂ ਓਪਰੇਟਰ ਵਰਕ ਵਿਦ 3 ਓਪਰੈਂਡ, ਜੇ ਆਪਾਂ 3 ਤੇ ਕੰਮ ਕਰਦਾ ਹੋ ਜਿਵੇਂ A+, B+C, ਠੀਕ ਹੈ, ਤਾਂ ਉੱਥੇ ਆਪਾਂ ਕੀ ਕਹਾਂਗੇ? ਟਰਨਰੀ। ਸੋ C++ ਪ੍ਰੋਵਾਈਡ ਅ ਰਿਚ ਸੈਟ ਆਫ ਓਪਰੇਟਰ। Some of C++ operator are inherent from the C language, while many other new operator are introduced in। ਜਿਵੇਂ ਪਿੱਛੇ C ਦੇ ਵਿੱਚ ਤਾਂ ਤੁਸੀਂ ਪੜ੍ਹਿਆ ਅਰਥਮੈਟਿਕ ਪੜ੍ਹਿਆ ਸੀਗਾ, ਰਿਲੇਸ਼ਨਲ ਪੜ੍ਹਿਆ ਸੀ, ਲੌਜੀਕਲ ਪੜ੍ਹਿਆ ਸੀ, ਬਿਟਵਾਈਜ਼ ਪੜ੍ਹਿਆ ਸੀ, ਅਸਾਈਨ ਪੜ੍ਹਿਆ ਸੀ, ਲਾਇਬ੍ਰੇਰੀ, ਯੂਨਰੀ, ਠੀਕ ਹੈ, ਕੰਡੀਸ਼ਨਲ। ਅਤੇ ਇਹਦੇ ਵਿੱਚ ਐਡੀਸ਼ਨਲ ਕਿਹੜੇ ਨੇ? ਉਹ ਤਾਂ ਹੈਗੇ ਨੇ ਆਲਰੇਡੀ, ਨਵੇਂ ਆ ਗਏ। ਜਿਵੇਂ ਇਹਦੇ ਵਿੱਚ ਸਟ੍ਰੀਮ ਇਨਪੁਟ ਆਊਟਪੁੱਟ ਆ ਗਿਆ, ਸਕੋਪ ਰੈਜ਼ੋਲੂਸ਼ਨ ਓਪਰੇਟਰ ਆ ਗਿਆ, ਲਾਈਨ ਫੀਡ ਓਪਰੇਟਰ ਆ ਗਿਆ, ਫੀਲਡ ਵਿਦ ਓਪਰੇਟਰ ਆ ਗਿਆ, ਮੈਮਰੀ ਲੋਕੇਟ ਓਪਰੇਟਰ ਆ ਗਿਆ, ਠੀਕ ਹੈ, ਤਾਂ ਮੈਮਰੀ ਡੀਲੋਕੇਟ ਆ ਗਿਆ, ਪੁਆਇੰਟਰ ਆਫ ਮੈਂਬਰ ਆ ਗਿਆ, ਪੁਆਇੰਟਰ ਆਫ ਮੈਂਬਰ ਡੀਲੋਕੇਟਰ ਆ ਗਿਆ। ਦੈਟ ਆਲ ਆਰ ਦਾ ਨਿਊ ਓਪਰੇਟਰਸ। ਸੋ ਆਪਾਂ ਸਟਾਰਟ ਕਰਦੇ ਹਾਂ ਫਸਟ ਓਪਰੇਟਰ ਤੋਂ। ਫਸਟ ਓਪਰੇਟਰ ਇਜ਼ ਦਾ ਅਰਥਮੈਟਿਕ ਓਪਰੇਟਰ। ਅਰਥਮੈਟਿਕ ਓਪਰੇਟਰ ਦੀ ਕੀ ਥਿਓਰੀ ਹੈ? ਦਾ ਅਰਥਮੈਟਿਕ ਓਪਰੇਟਰ ਆਰ ਯੂਜ਼ ਟੂ ਪਰਫੋਰਮ ਇਹ ਅਰਥਮੈਟਿਕ ਓਪਰੇਸ਼ਨ। ਇਹਨੂੰ ਯੂਜ਼ ਕੀਤਾ ਜਾਂਦਾ ਕਿਸ ਲਈ? ਅਰਥਮੈਟਿਕ ਓਪਰੇਸ਼ਨ ਪਰਫੋਰਮ ਕਰਨ ਲਈ। ਅਰਥਮੈਟਿਕ ਕਿਹੜੇ ਹੁੰਦੇ ਨੇ? ਪਲੱਸ, ਮਾਈਨਸ, ਗੁਣਾ, ਠੀਕ ਹੈ, ਡਿਵੀਜ਼ਨ ਐਟਸੈਕਟਰਾ। ਦਾ ਓਪਰੇਟਰਸ ਆਰ ਬਾਈਨਰੀ ਓਪਰੇਟਰ। ਕਿਹੜੇ ਹੁੰਦੇ ਨੇ? ਬਾਈਨਰੀ ਓਪਰੇਟਰਸ ਹੁੰਦੇ ਨੇ। ਐਂਡ ਵਰਕ ਔਨ ਐਨ ਬਿਲਟ ਇਨ ਡੇਟਾ ਟਾਈਪ, ਜਿਹੜੇ ਕਿੱਥੇ ਪਰਫੋਰਮ ਕੀਤੇ ਜਾਂਦੇ ਨੇ? ਡੇਟਾ ਟਾਈਪ ਦੇ ਅਕੋਰਡਿੰਗ ਯੂਜ਼ ਕੀਤੇ ਜਾਂਦੇ ਨੇ। ਦੇਅਰ ਆਰ 5 ਅਰਥਮੈਟਿਕਲ ਓਪਰੇਟਰ।
किन्ने ने 5 ने, जिमें एडिशन सबट्रैक्शन मल्टीप्लीकेशन, ठीक है, डिवीजन मॉडुलस दिता हुआ है, ठीक है, एम परसेंटेज देंदे होंदे ने। सो दोज ऑल आर अर्थमैटिक ऑपरेटर्स। द मॉडुलर ऑपरेटर टेल अस, हुण मॉडुलस ऑपरेटर है जिहड़ा सानू की दसदा है वट वुड बी रिमाइंडर आफ्टर इंटीजर डिवीजन परफॉर्म ऑन द पर्टिकुलर एक्सप्रैशन। जिमें तुसीं किसी चीज़ में डिवीजन करते हो, जिमें फॉर एग्जाम्पल तुसीं 5 ਨੂੰ 2 ਨਾਲ डिवाइड किया, तो तुसीं जो डिवाइड करना तुसीं चैक करते हो रिमाइंडर की आया 1 आया, तो तुहानूं इत्थों पता चलता है भी ये किहड़ा रिमाइंडर जिहड़ा फाइंड आउट किया गया उहदे किहदे अकॉर्डिंग फाइंड किया गया, मॉडुलस ऑपरेटर का, यानी मॉडुलस फाइंड आउट करना, ठीक है। द ऑपरेंट्स एक्टेड बाय द अर्थमैटिक ऑपरेटर मस्ट रिप्रजेंट न्यूमैरिक वैल्यू। मस्ट की रिप्रजेंट करते हैं, यानी कि जिहड़े आप टास्क परफॉर्म करने एक किहदे उत्ते परफॉर्म किए जा सकते हैं, एक न्यूमैरिकल वैल्यू के उत्ते परफॉर्म किए जाते हैं। द ऑपरेंट्स कैन बी इंटीजर क्वांटिटी, फ्लोटिंग क्वांटिटी एंड करैक्टर। ये कोई भी हो सकता है, 3 चीज़ां हो सकती हैं, फ्लोटिंग भी हो सकता है तो तुहाडा किहड़ा इंटीजर भी हो सकता है, तो करैक्टर भी हो सकता है। द अर्थमैटिक ऑपरेटर वैन यूज विद द करैक्टर्स ऑपरेटर ऑफ स्काई वैल्यू द करैक्टर। जे तुसी करैक्टर यूज़ कर रहे हो तो करैक्टर नूं बाचों की देनी जरूरी होंदी है, वैल्यू देना जरूरी होंदी है। यानी कहने का मतलब कि जे तुसी अर्थमैटिक ऑपरेटर तुसी किसी भी करैक्टर डेटा टाइप के उत्ते अप्लाई करते हो, यानी A+B करते हो, तो A तो B की तुहानूं बाचों वैल्यू तुसी जरूर डिकलेयर करते हो। मतलब कि यानी आपां मेनली उन्होंने वेरीएबल तो डिकलेयर कर ले A एंड B, ठीक है, तो वो जो कॉन्सटेंट ने वो तुसी एग्जीक्यूशन टाइम यूज़ करोगे, ठीक है जी। सो इसी तरीके आपां तुसी एग्जाम्पल देख सकते हो, जिवें नीचे दित्ती हुई ने A+B तुहानूं A-B सारे एक्सप्रैशन लाए हुए हैं, A तो B की जो मर्जी वैल्यू स्टोर करो, तो आंसर सारे की ने अलग अलग आई जा रहे हैं। सो दैट इज़ अ अर्थमैटिक ऑपरेटर। इस तो बाद आप गल करांगे रिलेशनल ऑपरेटर की। रिलेशनल ऑपरेटर की चीज़ है, जिमें रिलेशनल तो मतलब समझ लो भी 2 चीज़ों के विचाले रिलेशन दसना, फाइंड आउट करना, संबंध स्थापित करना। रिलेशनल ऑपरेटर आर आल्सो नोन एज द कंपैरिजन ऑपरेटर। आप इन्हूं नाम दे सकते हैं कंपैरिजन ऑपरेटर का भी दे सकते हैं, जिन्हें 2 चीज़ों के विचाले तुलना करानी। आर यूज टू चैक द रिलेशन बिटवीन 2 ऑपरेंट, जो रिलेशन दिखाता है कि इन्होंने विचाले 2 जाने के विचाले, 2 ऑपरेंट्स के विचाले। जिदा आप कह सकते हैं भी क्लास के 2 स्टूडेंट ने, एक इंटैलीजेंट एक वीक है, ठीक है, उन्होंने आप कंपैरिजन जिमें करते हैं एज सेम एज उसके वास्ते आप C++ के यूज़ करते हैं, रिलेशनल ऑपरेटर यूज़ करते हैं। हुण इहदे की कह रहे हैं, इन अदर वर्ड द ऑपरेटर यूज टू मेक कंपैरिजन बिटवीन 2 ऑपरेंट्स आर कॉल्ड रिलेशनल ऑपरेटर। जो आप दूजे शब्दों के गल करिए भी ऑपरेटर यूज टू मेक कंपैरिजन, यानी कि किसी चीज़ को कंपैरिजन करने तुलना करने लई कि इन्होंने विचाले 2 ऑपरेंट्स के विचाले की यूज़ करते हैं, आप रिलेशनल ऑपरेटर यूज़ करते हैं। रिलेशनल ऑपरेटर आर द बाइनरी ऑपरेटर, ये हमेशा किहड़ा हुंदा है, बाइनरी ऑपरेटर हुंदा है। हैंस रिक्वायर 2 ऑपरेंट, इनू की चाहिए ने, जद कि 2 ऑपरेटर चाहिए होंदे ने, यानी कि आप ये भी कह सकते हैं किस आधार पर काम करते, ट्रू एंड फॉल्स से काम करते। जिमें आप 2 चीज़ों की तुलना की गल करते हैं, A ग्रेटर दैन B, A लैस दैन B, A ग्रेटर दैन इक्वल टू B, A लैस दैन इक्वल टू B, A इक्वल टू B, ठीक है, दैट ऑल आर द रिलेशनल ऑपरेटर। यानी ट्रू फॉल्स का काम करना। ट्रू फॉल्स का मतलब समझ के चलो भी जिमें आप 2 चीज़ों आप बराबर कर रहे हैं, जिमें मैं कहता भी 2 स्टेटमेंटा ने 1 इज़ लैस दैन इक्वल टू B 2, यानी कि 1 की है 1 तो छोटा है, ठीक है, ऐसे में 5 ग्रेटर दैन 4, 5 वड्डा की तो 4 तो आप सारे ऑपरेटर अप्लाई करने जो नीचे थोड़े दिखाए भी हुए हैं, इन्हों के साइन भी ने, ठीक है। ये आप जिमें C++ के प्रोग्राम वगैरह बनाने तो आप उत्थे इन्हों यूज़ करांगे। उस तो बाद आप गल कर रहे हैं लॉजिकल ऑपरेटर। लॉजिकल ऑपरेटर होंगे ने जी जिथे आप 3 ऑपरेटर वैसे मेनली यूज़ किए जाते हैं, तो जिन्हों का काम की होंगे, कहना लॉजिकल ऑपरेटर आर यूज टू कंबाइन 1 और मोर रिलेशनल, यानी कि एक या एक तो वध एक्सप्रैशन स्थापित बनाने। जिमें तुसीं कहो A ग्रेटर दैन B एंड A ग्रेटर दैन C, A वड्डा है B तो A वड्डा है C तो, यानी A B तो भी वड्डा है तो C तो भी वड्डा है, तो उस वास्ते आप किहड़ा ऑपरेटर यूज़ कर रहे हैं, लॉजिकल ऑपरेटर। यानी कि एक काहदे वास्ते यूज़ किया जाता है, एक तो ज़्यादा रिलेशन दिखाने वास्ते आप यूज़ करते हैं लॉजिकल ऑपरेटर, ठीक है। ये की होंगे ने उस बाद गल करें लाइक रिलेशनल ऑपरेटर। लॉजिकल ऑपरेटर इवैल्यूएट द रिजल्ट लॉजिकल एक्सप्रैशन इन द टर्म ऑफ बुलियन वैल्यू, यानी कि ए का रिजल्ट भी किस वैल्यू के रिप्रजेंट किया जाता है बुलियन वैल्यू के अकॉर्डिंग। बुलियन वैल्यू का मतलब समझ के चलो, बुलियन की होंगे ट्रू फॉल्स, यानी यदा रिजल्ट भी तुम उस आधार पर काम करते हो। जो तो नॉन जीरो है यानी कि 1 है तो दैट इज़ ट्रू, इफ 0 दैट इज़ कॉल्ड मतलब फॉल्स, ठीक है। सो ये 3 टाइप्स होंगे ने, एक एक्सप्रैशन ये ने हमेशा ऑपरेटर यूज़ करने, आ एंड है, ये और है एंड नॉट है, ठीक है। तीनों यूज़ करांगे आप जिमें जिमें आप अगे गए इन्हों के अकॉर्डिंग मतलब प्रोग्राम के यूजेज ने। उस तो बाद गल करते हैं बिट वाइज ऑपरेटर की। बिट वाइज ऑपरेटर की है, कहना C++ प्रोवाइड एन एक्सटेंसिव
ਬਿਟ ਮੈਨੀਪੂਲੇਟ ਆਪਰੇਟਰ ਕੀ ਯੂਜ਼ ਆਪਾਂ ਸੀ ਕੀ ਕਰਦਾ ਹੈ, ਸੀ ਜਿਹੜੀ ਪਲੱਸ ਪਲੱਸ ਲੈਂਗੁਏਜ ਹੈ ਇਹ ਕੀ ਕਰਦੇ ਆ, ਬਿਟ ਮੈਨੀਪੂਲੇਟ ਆਪਰੇਟਰ ਫॉर ਪ੍ਰੋਗਰਾਮ ਹੂ ਵਾਂਟ ਟੂ ਕਮਿਊਨੀਕੇਟ ਡਾਇਰੈਕਟਲੀ ਵਿਦ ਦਾ ਹਾਰਡਵੇਅਰ। ਜਾਣੀ ਕਿ ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਡਾਇਰੈਕਟਲੀ ਕਿਹਦੇ ਨਾਲ ਕਮਿਊਨੀਕੇਟ ਕੀਤਾ ਜਾਂਦਾ ਹੈ, ਹਾਰਡਵੇਅਰ ਨਾਲ। ਜਿਵੇਂ ਲਾਸਟ ਟਾਈਮ ਤੁਸੀਂ ਯੂਜ਼ ਕਰਦੇ ਹੁੰਦੇ ਸੀ ਲੈਂਗੁਏਜ ਦੇ ਵਿੱਚ, ਤੁਸੀਂ ਜਦੋਂ ਯੂਜ਼ ਕੀ ਕਰਦੇ ਸੀਗੇ, ਇਨਵਾਈਟਿਡ ਕੋਮੇ ਦੇ ਵਿੱਚ ਦੇ ਕੇ $d ਇਕੁਅਲ ਸਮਝ ਲਓ ਜੋ ਵੈਲਿਊ ਦਿੰਦੇ ਸੀਗੇ। ਉਸ ਤੋਂ ਬਾਅਦ ਜਿਹੜਾ ਆਪਾਂ ਐਂਡ ਆਪਰੇਟਰ ਯੂਜ਼ ਕਰਦੇ ਹੁੰਦੇ ਸੀਗੇ, ਠੀਕ ਹੈ, ਉਹ ਕਾਹਦੇ ਵਾਸਤੇ ਦਿਖਾਇਆ ਜਾਂਦਾ ਸੀਗਾ, ਆਪਾਂ ਸਕੈਨਐਫ ਦੇ ਵਿੱਚ ਯੂਜ਼ ਕਰਿਆ ਕਰਦੇ, ਠੀਕ ਹੈ। ਜਾਣੀ ਕਿ ਹਾਰਡਵੇਅਰ ਦੇ ਨਾਲ ਕਾਹਦੇ ਵਾਸਤੇ, ਡਾਇਰੈਕਟਲੀ ਕਮਿਊਨੀਕੇਟ ਕੀਤਾ ਜਾ ਸਕੇ, ਤਾਂ ਆਪਾਂ ਯੂਜ਼ ਕਰਦੇ ਬਿਟਵਾਈਜ਼ ਆਪਰੇਟਰ। ਦੀਜ਼ ਆਪਰੇਟਰ ਆਰ ਯੂਜ਼ ਫॉर ਟੈਸਟਿੰਗ ਬਿਟ ਔਰ ਸ਼ਿਫਟਿੰਗ ਦੈਮ। ਇਹਨਾਂ ਨੂੰ ਯੂਜ਼ ਕਾਹਦੇ ਵਾਸਤੇ ਕੀਤਾ ਜਾਂਦਾ, ਟੈਸਟਿੰਗ ਕਰਨ ਲਈ, ਸ਼ਿਫਟਿੰਗ ਦੈਮ ਰਾਈਟ ਟੂ ਲੈਫਟ, ਲੈਫਟ ਟੂ ਰਾਈਟ, ਯਾਨੀ ਕਿ ਲੈਫਟ ਟੂ ਰਾਈਟ ਕਰਨਾ ਜਾਂ ਰਾਈਟ ਟੂ ਲੈਫਟ ਕਰਨਾ। ਬਿਟਵਾਈਜ਼ ਆਪਰੇਟਰ ਆਰ ਯੂਜ਼ ਟੂ ਮੈਨੀਪੂਲੇਟ ਦ ਬਿਟਸ ਆਫ ਇੰਟਰਨਲ ऑपरेंड्स सच एज कैर, शॉर्ट, इन, लॉन्ग। ये डेटा टाइप की गल कर रहे हैं, जिनकी आप जी बिट वाइज ऑपरेटर की गल कर रहे हैं। ये आप कि लैंग्वेज ना यूज़ करते हैं, जिमें करैक्टर कह सकते हैं, शॉर्ट कह सकते हैं, इंटीजर कह सकते हैं, लॉन्ग कह सकते हैं। ये बहुत साइन एंड अनसाइन दोनों यूज़ होंगे, ठीक है। तो बिट वाइज के ऑपरेटर के जो एक्सप्रैशन है वो चैक कर सकते हो। एंड दिता है, फिर और दिता है, फिर एक्सक्लूसिव और दिता है, फिर कंप्लीमेंट दिता है। कंप्लीमेंट उल्टा होंगे जी, शिफ्ट लैफ्ट मतलब जे अपने लैफ्ट में शिफ्ट करना हो किसी चीज़ में, जे राइट करना हो तो राइट। तो नीचे थोड़ा एक वो भी बना के दिखाया हुआ है, जिन्होंने आप कह दें जिमें ये 84 की कोड है 01010011। जे एंड ऑपरेटर अप्लाई करते हैं तो 00 हमेशा की होगा, 0 ही होगा। यानी कि फॉल्स फॉल्स मिल के फॉल्स बनाता, जे 0 की यदि मल्टी एंड ऑपरेटर का मतलब थोड़ा मैं सीधा दस देना, इतने मल्टीप्लाई का साइन ला लो जी। 0 की 0 मल्टीप्लाई करो 0, 0 की 1 ना कर दो 0, 1 की 0 ना कर दो 0, 1 की 1 ना कर दो तो 1, ठीक है। तो ये जो थोड़ा अपने किया और ऑपरेटर, इन्हों के जानी या तो इन्होंने दोनों की डिक्लेयर हो, दोनों 0 तो 0, तो 0 1 चो की आऊगा 1, ये भी 1 0 चो 1 1 1 1। जे आप गल करते हैं कि थर्ड है अपना जो ऑपरेटर अपने अप्लाई किया हुआ एक्सक्लूसिव और दी, एक्सक्लूसिव और चैक करो ए एंड बी, वो सिर्फ जो ट्रू तो फॉल्स मिल के की बनाते हैं, ट्रू बनाते हैं। अदरवाइज जे फॉल्स फॉल्स है तो भी फॉल्स मतलब कि फॉल्स बनूगा, जे ट्रू ट्रू है तो भी की बनूगा, फॉल्स बनूगा। यानी कि 1 1 0 0 0 और वो भी 0। लेकिन जो 1 इंटू 0 आप करते हैं तो उत्थे आता 1, तो 0 इंटू 1 करते हैं तो भी की आता 1। याद रखियो इस चीज़ को, ठीक है। उस तो बाद आप गल करते हैं असाइनमेंट ऑपरेटर की। हुण असाइनमेंट ऑपरेटर के की कह रहा है, कहना कि असाइनमेंट ऑपरेटर जिवें ये सामने थोड़ा इक्वल का दिखाया है, इज मोस्ट कॉमनली यूज बाइनरी ऑपरेटर इन C++। ये आप की है एक बाइनरी ऑपरेटर है कि अंदर C++ लैंग्वेज। इट इवैल्यूएट द ऑपरेंड राइट हैंड साइड, ये कितने ऑपरेंड किया जाता, राइट हैंड साइड मतलब सज्जे पासे आप कह दें। द साइनिंग ऑफ रिजल्ट वैल्यू टू ए वेरिएबल ऑन द लैफ्ट हैंड साइड, जबकि की वैल्यू है जी कितने साइन की जाती है, लैफ्ट हैंड साइड की जाती है। यानी कि जो तो नेम है वो राइट हैंड साइड है ऑपरेंड, जबकि वो जी वैल्यू है वो लैफ्ट हैंड साइड, उल्ट है। द राइट ऑपरेंड कैन बी वेरिएबल, कॉन्सटेंट, फंक्शन कॉल, एक्सप्रैशन, ये कुछ भी हो सकता है। राइट ऑपरेंड जो होंगे ये की हो सकता है, कोई वेरिएबल भी हो सकता है, कॉन्सटेंट भी हो सकता है, फंक्शन कॉल भी हो सकता है, एक्सप्रैशन भी हो सकता है। सो ये जिमें दिखाया गया, देखो आ चीज़ देख सकते हो, ये जो ऑपरेटर ने ये सज्जे पासे आ गए, तो जी आ दूजे इक्वल का साइन वो खब्बे पासे है, यानी कि ये उल्ट लिखे गए हैं सारी एक्सप्रैशन, ठीक है। जिमें थोड़े यूसेज दिखा रखे हैं A+ इक्वल टू B, A- B, यानी कि आप वैल्यू ए दी ही देनी है, ठीक है। वो आप यूज़ करांगे अपने अकॉर्डिंग जिमें आपको कंडीशन होगी। सो इस तो बाद आप गल करते हैं कंडीशनल ऑपरेटर की। कंडीशनल ऑपरेटर की है, नाम है कंडीशन, यानी कि जो आप कंडीशन यूज़ करते हैं कोई भी। कंडीशनल ऑपरेटर इज़ ओनली टर्नरी ऑपरेटर, एक ये एक टर्नरी ऑपरेटर है, यानी 3 चीज़ों के विचाले लागू किया जाता है। 3 ऑपरेटर अवेलेबल इन C++, विच ऑपरेटर ऑन द 3 ऑपरेंड, जिहदे कितने ऑपरेंड्स ने 3। द कंडीशनल ऑपरेटर टूगैदर विद ऑपरेंड फ्रॉम ए कंडीशनल एक्सप्रैशन, इनू यूज़ किया जाता है कंडीशन अप्लाई करने लिए। हूँ तुहानूं दिखा देना एक एग्जाम्पल भी पढ़ देना, एक्सप्रैशन 1, एक्सप्रैशन 2, एक्सप्रैशन 3 के विचाले अपने कंडीशनल ऑपरेटर यूज़ किया। द एक्सप्रैशन 1 इज़ टैसट कंडीशन विच इज़ एवैल्यूएट फस्ट, जिहदे विच यानी कि 2 चीज़ों के विचाले पहला टैसट किया जाऊगा, यानी कि एक्सप्रैशन 1 तो एक्सप्रैशन 2। जां आप कह सकते हैं इन्हां दी जगह तुसीं A B C रख लिओ, तो A दे B के विचाले पहला एक्सप्रैशन टैसट होगा। इफ इट इज़ ट्रू दैन इट मूव टू अनदर, जे तो पहला दोनों के विचाले पहले यानी एक्सप्रैशन इफ द इट इज़ ट्रू, जे ट्रू है दैन एक्सप्रैशन 2 इज़ एवैल्यूएटेड, तो किनू चैक करूँगा, अगले चैक करूँगा 2 नू, ठीक है। दिस बिकम द वैल्यू कंडीशनल एक्सप्रैशन, ये की बनाता इनू, यानी कि इसनूं आपां की कह सकते हैं, फिर कंडीशनल ऑपरेटर कह सकते हैं, कंडीशनल एक्सप्रैशन कह सकते हैं। हाउएवर इफ इट इज़ ए फॉल्स दैन
ਜੇ ਫਾਲਸ ਹੋ ਜਾਂਦੀ ਹੈ ਕੰਡੀਸ਼ਨ ਤਾਂ ਕਿੱਦਾਂ ਸਿੱਧਰ मूव ਕਰਦਾ ਇਹ 3 ਤੇ मूव ਕਰਦਾ, ਯਾਨੀ ਕਿ ਜੇ ਫਸਟ ਔਰ ਸੈਕਿੰਡ ਦੇ ਵਿੱਚ ਆਪਾਂ ਗੱਲ ਕਰੀਏ ਜੇ ਉਹਨਾਂ ਦੀ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਉਹ ਕਿਤੇ मूव ਕਰੂਗਾ 2 ਤੇ, ਜੇ ਕੰਡੀਸ਼ਨ ਫਾਲਸ ਹੋ ਜਾਂਦੀ ਤਾਂ ਕਿੱਥੇ ਚਲਾ ਜਾਊ, ਸਿੱਧਾ ਡਾਇਰੈਕਟਲੀ 3rd ਤੇ ਚਲਾ ਜਾਊਗਾ। ਠੀਕ ਹੈ, ਤਾਂ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖਿਓ। ਇਹ ਕਿਹੜਾ ਆਪਰੇਟਰ ਸੀ, ਕੰਡੀਸ਼ਨਲ ਆਪਰੇਟਰ। ਉਸ ਤੋਂ ਬਾਅਦ ਆਉਂਦੀ ਗੱਲ ਯੂਨਰੀ ਆਪਰੇਟਰ ਦੀ। ਯੂਨਰੀ ਆਪਰੇਟਰ ਕੀ ਹੈ, ਦਾ ਆਪਰੇਟਰ ਦੈਟ ਐਕਟ ਅਪੋਨ ਏ ਸਿੰਗਲ ਓਪਰੈਂਡ, ਜਿਹੜਾ ਕਿਹਦੇ ਉੱਪਰ ਪਰਫੋਰਮ ਕੀਤਾ ਜਾਂਦਾ, ਸਿੰਗਲ ਓਪਰੈਂਡ ਦੇ ਉੱਤੇ ਪਰਫੋਰਮ ਕੀਤਾ ਟੂ ਪ੍ਰੋਡਿਊਸ ਏ ਨਿਊ ਵੈਲਿਊ, ਇੱਕ ਨਵੀਂ ਵੈਲਿਊ ਪ੍ਰੋਡਿਊਸ ਕਰਨੀ, ਦੈਟ ਇਜ਼ ਕਾਲਡ ਯੂਨਰੀ ਆਪਰੇਟਰ। ਇਹਦੇ ਦੇਖੋ ਆ ਸਾਈਨ ਦਿੱਤੇ ਹੋਏ ਨੇ, ਜਿਵੇਂ ਡਬਲ ਪਲੱਸ ਦਿੱਤਾ ਹੋਇਆ, ਡਬਲ ਮਾਈਨਸ ਦਿੱਤੇ ਹੋਏ ਨੇ, ਸਾਈਜ਼ ਆਫ ਦਿੱਤਾ ਹੋਇਆ, ਦੈਟ ਇਜ਼ ਆਲ ਆਰ ਯੂਨਰੀ ਆਪਰੇਟਰ। ਦ ਯੂਨਰੀ ਆਪਰੇਟਰ ਹੈਵ ਦ ਹਾਈਅਰ ਪ੍ਰੈਜ਼ੀਡੈਂਸ ਦੈਨ ਦ ਆਪਰੇਟਰ ਵੀ ਹੈਵ ਆਲਰੇਡੀ ਡਿਸਕਸ ਸੋ ਫਾਰ, ਕਿਉਂਕਿ ਆਪਾਂ ਇਹਨਾਂ ਨੂੰ ਡਿਸਕਸ ਵੀ ਕਰ ਚੁੱਕੇ ਹਾਂ, ਸ਼ਾਇਦ ਲਾਸਟ ਟਾਈਮ ਤੁਸੀਂ ਡਿਸਕਸ ਕੀਤਾ ਹੋਵੇ, ਮੈਂ ਪਹਿਲਾਂ ਵੀ ਬੋਲ ਚੁੱਕਿਆ ਵੈਸੇ, ਜਿਵੇਂ ਆਪਾਂ ਪੋਸਟ ਫਿਕਸ ਅਤੇ ਪ੍ਰੀ ਫਿਕਸ ਵਾਲੀ ਗੱਲ ਕਰੀ ਸੀ, ਜਿਵੇਂ ਪ੍ਰੀ ਇੰਕਰੀਮੈਂਟ ਪੋਸਟ ਇੰਕਰੀਮੈਂਟ ਦੀਆਂ ਗੱਲਾਂ ਹੁੰਦੀਆਂ ਨੇ। ਠੀਕ ਹੈ, ਸੋ ਸਾਈਜ਼ ਆਫ ਆਪਰੇਟਰ ਕੀ ਹੈ, ਇਹ ਸਾਈਜ਼ ਆਫ ਆਪਰੇਟਰ ਇਜ਼ ਏ ਯੂਨਰੀ ਆਪਰੇਟਰ। ਇਹ ਕੀ ਇੱਕ ਯੂਨਰੀ ਆਪਰੇਟਰ ਹੈ ਦੈਟ ਰਿਟਰਨ ਦਾ ਨੰਬਰ ਆਫ ਬਾਈਟ ਰਿਕੁਆਇਰਡ ਟੂ ਸਟੋਰ ਏ ਵੇਰੀਏਬਲ ਔਰ ਡੇਟਾ ਟਾਈਪ, ਜਿਹਨੂੰ ਯੂਜ਼ ਕੀਤਾ ਜਾਂਦਾ ਕਿਸ ਲਈ, ਜਿਹਨੂੰ ਰਿਕੁਆਇਰ ਕੀਤਾ ਜਾਂਦਾ ਹੈ ਟੂ ਸਟੋਰ ਵੇਰੀਏਬਲ ਔਰ ਡੇਟਾ ਟਾਈਪ, ਜਿਹਨੂੰ ਸਟੋਰ ਕਰਨ ਵਾਸਤੇ ਕਿ ਡੇਟਾ ਟਾਈਪਸ ਨੂੰ ਭਾਵੇਂ ਜਾਂ ਵੇਰੀਏਬਲਸ ਨੂੰ ਸਟੋਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ। ਦਿਸ ਆਪਰੇਟਰ ਆਲਵੇਜ਼ ਪ੍ਰਸੀਡ ਇਟਸ ਓਪਰੈਂਡ, ਇਹ ਕਿਹਦੇ ਨਾਲ ਕੰਮ ਕਰਦਾ ਹੈ, ਯਾਨੀ ਕਿ ਕੀ ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਹੈ, ਪ੍ਰਸੀਡ ਦਾ ਮਤਲਬ ਹੁੰਦਾ ਪਹਿਲਾਂ, ਕੀ ਤੋਂ ਪਹਿਲਾਂ ਯੂਜ਼ ਕੀਤਾ ਜਾਂਦਾ ਹੈ, ਓਪਰੈਂਡ ਤੋਂ। ਹੇਅਰ ਓਪਰੈਂਡ ਮੇ ਵੀ ਵੇਰੀਏਬਲ ਨੇਮ, ਓਪਰੈਂਡ ਕੀ ਹੋ ਸਕਦਾ, ਕੋਈ ਵੇਰੀਏਬਲ ਨੇਮ ਹੋ ਸਕਦਾ ਹੈ, ਬੇਸਿਕ ਹੋ ਸਕਦਾ ਕੁਛ ਵੀ, ਯੂਜ਼ਰ ਡਿਫਾਈਨ ਡੇਟਾ ਟਾਈਪ ਹੋ ਸਕਦੀ ਹੈ। ਦਾ ਸਿੰਟੈਕਸ ਆਫ ਦਾ ਯੂਜ਼ਿੰਗ ਆਪਰੇਟਰ ਆਰ ਸਾਈਜ਼ ਆਫ, ਜਿਵੇਂ ਆ ਦਿੱਤਾ ਹੋਇਆ ਇੱਥੇ ਡੇਟਾ ਟਾਈਪ ਆਓ ਇੰਟੀਜ਼ਰ ਪਾ ਲਿਓ, ਇੱਥੇ ਵੇਰੀਏਬਲ ਦਾ ਨੇਮ ਪਾ ਸਕਦੇ ਹੋ, ਜੋ ਵੀ ਇਹਨਾਂ ਦੋਨਾਂ 'ਚੋਂ ਜੋ ਮਰਜ਼ੀ ਡਿਕਲੇਅਰ ਕਰ ਸਕਦੇ ਹੋ। ਠੀਕ ਹੈ ਜੀ, ਸੋ ਇਹ ਤੁਹਾਡਾ ਸਾਈਜ਼ ਆਫ ਆਪਰੇਟਰ ਸੀਗਾ, ਯਾਨੀ ਕਿ ਤੁਹਾਡਾ ਇੱਥੇ ਇੱਕ ਕੰਡੀਸ਼ਨ ਕੰਪਲੀਟ ਹੋ ਜਾਂਦੀ ਹੈ। ਆਫਟਰ ਦੈਟ ਆਪਾਂ ਗੱਲ ਕਰਦੇ ਹਾਂ ਟਾਈਪ ਕਨਵਰਜ਼ਨ ਦੀ। ਟਾਈਪ ਕਨਵਰਜ਼ਨ ਕੀ ਚੀਜ਼ ਹੈ, ਠੀਕ ਹੈ, ਸੋ ਟਾਈਪ ਕਨਵਰਜ਼ਨ ਦੇ ਵਿੱਚ ਆਉਂਦਾ ਇਨ C++ ਦਾ ਐਕਸਪ੍ਰੈਸ਼ਨ ਐਂਡ ਅਸਾਈਨਮੈਂਟ ਮੇ ਵੀ ਇਨਵੋਲਵ ਵੇਰੀਏਬਲ ਆਫ ਡਿਫਰੈਂਟ ਡੇਟਾ ਟਾਈਪ। ਆਪਾਂ ਕਹਿੰਦਾ ਗੱਲ ਕੀ ਹੈ, ਇਹਦੇ ਵਿੱਚ ਡਿਫਰੈਂਟ ਐਕਸਪ੍ਰੈਸ਼ਨ ਯੂਜ਼ ਕਰਦੇ, ਅਸਾਈਨਮੈਂਟ ਯੂਜ਼ ਕਰਦੇ, ਇਨਵੋਲਵ ਨੇਗੀਆਂ ਕਿਹਦੇ ਅੰਦਰ, C++ ਦੇ ਵਿੱਚ ਡਿਫਰੈਂਟ ਡੇਟਾ ਟਾਈਪਸ ਦੇ ਉੱਤੇ। ਇਵੈਲੂਏਟ ਸੱਚ ਐਕਸਪ੍ਰੈਸ਼ਨ ਐਂਡ ਅਸਾਈਨਮੈਂਟ ਦੇਰ ਇਜ਼ ਅ ਨੀਡ ਟੂ ਕਨਵਰਟ ਏ ਵੇਰੀਏਬਲ ਆਫ ਵਨ ਡੇਟਾ ਟਾਈਪ ਟੂ ਅਨਦਰ, ਯਾਨੀ ਕਿ ਨੀਡ ਦੈਟ ਦੇਅਰ ਇਜ਼ ਅ ਨੀਡ ਟੂ ਕਨਵਰਟ ਏ ਵੇਰੀਏਬਲ, ਜਿਹਦੇ ਵਿੱਚ ਜ਼ਰੂਰਤ ਕਿਸ ਚੀਜ਼ ਦੀ ਹੈ, ਇਹ ਵੇਰੀਏਬਲ ਕਨਵਰਟ ਏ ਵੇਰੀਏਬਲ, ਇੱਕ ਵੇਰੀਏਬਲ ਨੂੰ ਕਨਵਰਟ ਕਰਨਾ ਵਨ ਡੇਟਾ ਟਾਈਪ ਟੂ ਅਨਦਰ, ਇੱਕ ਡੇਟਾ ਟਾਈਪ ਤੋਂ ਦੂਜੀ ਦੇ ਵਿੱਚ। ਕੰਸੀਡਰ ਐਨ ਐਗਜ਼ਾਮਪਲ ਇਨ ਵਿਚ ਵੀ ਡਿਕਲੇਅਰ ਵੇਰੀਏਬਲ ਆਫ ਟਾਈਪ ਇੰਟੀਜ਼ਰ ਬਟ ਵੀ ਨੀਡ ਦਾ ਰਿਜ਼ਲਟ ਟੂ ਬੀ ਫਲੋਟਿੰਗ ਪੁਆਇੰਟ, ਯਾਨੀ ਕਿ ਤੁਸੀਂ ਵੈਲਿਊ ਦਾ ਦਿੱਤੀ ਹੈ ਇੰਟੀਜ਼ਰ ਡੇਟਾ ਟਾਈਪ ਦੀ, ਲੇਕਿਨ ਤੁਹਾਨੂੰ ਰਿਜ਼ਲਟ ਕਿਸ ਫਾਰਮ ਦੇ ਵਿੱਚ ਚਾਹੀਦਾ ਹੈ, ਫਲੋਟਿੰਗ ਪੁਆਇੰਟ ਦੇ ਵਿੱਚ ਚਾਹੀਦਾ ਹੈ। ਇਨ ਦਾ ਸੱਚ ਸਿਚੁਏਸ਼ਨ ਵੀ ਨੀਡ ਟਾਈਪ ਕਨਵਰਜ਼ਨ, ਆਪਾਂ ਕੀ ਯੂਜ਼ ਕਰਦੇ ਹਾਂ, ਟਾਈਪ ਕਨਵਰਜ਼ਨ ਯੂਜ਼ ਕਰਦੇ ਹਾਂ। ਦਿਸ ਪ੍ਰੋਪਰਟੀ ਆਫ ਕਨਵਰਟਿੰਗ ਏ ਵੇਰੀਏਬਲ ਵਨ ਡੇਟਾ ਟਾਈਪ ਟੂ ਅਨਦਰ, ਜਿਹਦੇ ਨਾਲ ਕੀ ਹੋ ਜਾਂਦਾ ਹੈ, ਇੱਕ ਡੇਟਾ ਟਾਈਪ ਕਿਹਦੇ 'ਚ ਕਨਵਰਟ ਹੋ ਜਾਂਦੀ ਹੈ, ਦੂਜੀ ਦੇ ਵਿੱਚ, ਯਾਨੀ ਕਿ ਤੁਸੀਂ ਜੇ ਇੰਟੀਜ਼ਰ ਦੇ ਵਿੱਚ ਆਪਾਂ ਨੇ ਕੋਈ ਵੀ ਇਨਪੁਟ ਦਿੱਤੀ ਹੈ ਤਾਂ ਰਿਜ਼ਲਟ ਹੈ ਉਹ ਕਿਹਦੇ ਵਿੱਚ ਆ ਜਾਂਦਾ, ਉਹ ਚੇਂਜ ਹੋ ਜਾਂਦਾ ਹੈ ਕਿਸ ਫਾਰਮ ਦੇ ਵਿੱਚ, ਫਲੋਟਿੰਗ ਦੇ ਵਿੱਚ, ਜਿਵੇਂ ਤੁਸੀਂ ਲੈ ਕੇ ਆਉਣਾ ਚਾਹ ਰਹੇ ਹੋ। ਦ ਟਾਈਪ ਕਨਵਰਜ਼ਨ ਕੈਨ ਅਕਰ ਇਨ ਨੰਬਰ ਆਫ ਸਿਚੁਏਸ਼ਨ, ਕਿਹਦੇ ਡਿਪੈਂਡ ਹੈ, ਨੰਬਰ ਆਫ ਸਿਚੁਏਸ਼ਨ 'ਤੇ, ਲਾਈਕ ਐਨ ਅਸਾਈਨਮੈਂਟ ਸਟੇਟਮੈਂਟ ਅਰਥਮੈਟਿਕ ਐਕਸਪ੍ਰੈਸ਼ਨ ਇਨਵੋਲਵਿੰਗ different data type and in returning value from function which type of expression return type, in two types ਦੇ ਵਿੱਚ ਕੀਤਾ ਗਿਆ ਹੈ, one is automatic type conversion and second one is explicit type conversion, ਯਾਨੀ ਕਿ ਟਾਈਪ ਕਾਸਟਿੰਗ। ਜਿਵੇਂ ਆਪਾਂ ਕਹਿ ਦਿੰਦੇ ਇੱਕ ਤਾਂ ਚੀਜ਼ ਆਪਣੇ ਆਪ ਕਨਵਰਟ ਹੋ ਜਾਣੀ, ਦੂਜੀ ਦੇ ਵਿੱਚ ਕੀ ਹੁੰਦਾ ਹੈ, ਯਾਨੀ ਉਸ ਚੀਜ਼ ਨੂੰ ਕਰਨਾ। ਠੀਕ ਹੈ, ਸੋ ਇਹ ਇੱਥੇ ਤੱਕ ਹੀ ਕਰ ਲਿਓ ਬਸ, ਜੋ ਵੀ ਸੀਗਾ ਇਹ ਕਨਸੈਪਟ ਕੰਪਲੀਟ ਹੁੰਦਾ ਤੁਹਾਡਾ। ਸੋ ਨੈਕਸਟ ਪਾਰਟ ਜੋ ਆਪਾਂ ਡਿਸਕਸ ਕਰਾਂਗੇ ਉਹ ਆਊਗਾ ਆਪਣਾ ਪੇਜ ਨੰਬਰ ਆ ਜਾਊਗਾ ਤੁਹਾਡਾ ਇਹ 80, ਜਿਹਦੇ ਵਿੱਚ ਆ ਪ੍ਰੋਸੀਡਿੰਗ ਅਤੇ ਐਸੋਸੀਏਟਿਵਿਟੀ ਆਫ ਆਪਰੇਟਰ ਦੀ ਗੱਲ ਕਰਾਂਗੇ। ਵੈਸੇ ਇਹ ਥੋੜ੍ਹਾ ਜਿਹਾ ਡਿਸਕਸ ਕਰਨਾ ਹੈ, ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਵੈਨ ਐਨ ਐਕਸਪ੍ਰੈਸ਼ਨ ਕੰਟੇਨ ਮੋਰ ਦੈਨ ਵਨ ਆਪਰੇਟਰ, ਜਦੋਂ ਇੱਕ ਮਤਲਬ ਕਿ ਤੁਸੀਂ ਗੱਲ ਕਰੋ ਵੀ ਇੱਕ ਤੋਂ ਵੱਧ ਆਪਰੇਟਰ ਯੂਜ਼ ਕਰ ਦਿੰਦੇ ਹੋ ਤੁਸੀਂ, ਯਾਨੀ ਕਿ ਓਪਰੈਂਟਸ ਜੋ ਲੈ ਕੇ ਤੁਸੀਂ ਜਾਂ ਕੋਈ ਵੈਲਿਊ ਲੈ ਕੇ ਉਹਦੇ 'ਤੇ ਇੱਕ ਤੋਂ ਜ਼ਿਆਦਾ ਆਪਰੇਟਰ ਯੂਜ਼ ਕਰ ਲੈਂਦੇ ਹੋ, ਦੈਟ ਇਟਸ ਇੰਟਰਪ੍ਰੀਏਸ਼ਨ ਮੇ ਨੋਟ ਬੀ ਇਮੀਡੀਏਟਲੀ ਕਲੀਅਰ। ਤਾਂ ਉੱਥੇ ਕਹਿੰਦਾ ਕੀ ਹੈ, ਉਹਦੀ ਜਿਹੜੀ ਇੰਟਰਮੀਡੀਏਟਲੀ ਹੈ ਉੱਥੇ ਕਲੀਅਰ ਨਹੀਂ ਕਰ ਪਾਉਂਦੀ ਵੀ ਇੱਥੇ ਆਪਾਂ ਕਰਨਾ ਕੀ ਹੈ, ਯਾਨੀ ਪਹਿਲਾਂ ਪਲੱਸ ਹੋਣਾ ਹੈਗਾ ਮਾਈਨਸ ਹੋਣਾ, ਯਾਨੀ ਕਿ ਮੈਂ ਕਹਿ ਸਕਦਾ ਜਿਵੇਂ ਤੁਸੀਂ ਨੇ ਪਹਿਲਾਂ ਇੱਕ ਚੀਜ਼ ਪੜ੍ਹੀ ਹੋਣੀ ਹੈ ਮੈਥ ਦੇ ਅੰਦਰ, ਬੋਰਡ ਮਾਸ ਪੜ੍ਹਿਆ ਹੋਣਾ। ਬੋਰਡ ਮਾਸ ਦੇ ਵਿੱਚ ਕੀ ਹੁੰਦਾ ਵੀ ਆਪਾਂ ਸਭ ਤੋਂ ਪਹਿਲਾਂ ਕਿਹੜਾ ਟਾਸਕ ਪਰਫੋਰਮ ਕਰਨਾ ਹੈ, ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਉਸ ਤੋਂ ਬਾਅਦ ਕਿਹੜਾ ਐਕਸਪ੍ਰੈਸ਼ਨ ਸੋਲਵ ਕਰਨਾ ਹੈ। ਸੋ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਿਖਾਈ ਹੈ 5 + 8 × 3, ਇਹਦੇ ਵਿੱਚ ਐਡ 5 ਐਂਡ 8, ਆਪਾਂ ਕਿਹਨੂੰ ਕਰਨਾ 5 ਅਤੇ 8 ਨੂੰ ਐਡ ਕਰਨਾ, ਦੈਨ ਮਲਟੀਪਲਾਈ ਦਾ ਰਿਜ਼ਲਟ 3, ਤਾਂ ਫਿਰ ਉਹਦਾ ਰਿਜ਼ਲਟ ਮਲਟੀਪਲਾਈ ਕਰਨਾ ਕਿਹਦੇ ਨਾਲ 3 ਨਾਲ, ਇਟ ਮੀਨ ਮਲਟੀਪਲਾਈ 8 ਐਂਡ 3, ਠੀਕ ਹੈ, ਦੈਨ ਐਡ ਦਾ ਰਿਜ਼ਲਟ
5 यानी कि बोर्ड मास के अकॉर्डिंग पहला मल्टीप्लाई होंगी है, आफ्टर दैट ऐड किया जाता है, यानी कि पहला मल्टीप्लाई वो 8 थी 24 और 24 + 5 कितना बन जाए 29, यानी आंसर कितना बनना 29। सो लाइक अदर लैंग्वेज C++ यूज ऑपरेटर प्रोसीजर रूल टू रिजॉल्व दिस पोटेंशियल एम्बिगिटी, यानी कि दूसरी लैंग्वेज वांगू ये भी की यूज़ किया जाता है, यानी कि प्रॉब्लम को सॉल्व करने मैथड अपनाई किया जाता है कि बोर्ड मास का। प्रेसिडेंस डिटरमाइन द ऑर्डर इन विच ऑपरेशंस आर परफॉर्म ड्यूरिंग द एवेल्यूएशन ऑफ एन एक्सप्रैशन। ऑपरेटर विद हायर प्रेसिडेंस are evaluated before operator of lower precedence regardless of the order in which they appear, यानी कि ਉਹਨੂੰ कुछ चीज़ भी नॉलेज नहीं होंगी भी किस ऑर्डर ਦੇ ਵਿੱਚ ਆਇਆ ਹੈ, लेकिन वो कंटेंट ਨੂੰ ਕਿਵੇਂ ਪਿਕ ਕਰਦਾ ਹੈ, सिर्फ एक बोर्ड मास के अकॉर्डिंग ही पिक करता है, यानी कि पहला जो उन्हें चीज़ एवेल्यूएट करना है पहला उन्होंने पिक करता है, आफ्टर दैट दूजी फिर दूजी तो दूजी, यानी कि एक ये अकॉर्डिंग काम कर रहा है, सीक्वेंस वाइज काम कर रहा है। जिमें थोड़ी एग्जाम्पल दी हुई है इतने चैक कर सकते हो, 10 / 5 + 6 - 5 % 3 × 5, यानी सब तो पहला एक्सप्रैशन किया जा रहा डिवाइड का, फिर उस बाद M% का, फिर किया जाए मल्टीप्लाई का, फिर प्लस का, फिर माइनस का, यानी कि तुहाडा एंड के आंसर की आता -2। सारी स्टेटमेंट सॉल्व करने तो बाद तुहाडा आंसर की आया -2। ओके, थैंक यू।